ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 2 ਅਤੇ ਲੈਕਚਰ ਨੰਬਰ 16 ਵਿੱਚ ਹਾਂ। ਇਸ ਮੋਡਿਊਲ ਵਿੱਚ ਅਸੀਂ ਕੋਨਿਕ ਸੈਕਸ਼ਨ ਬਾਰੇ ਸਿੱਖ ਰਹੇ ਹਾਂ, ਖਾਸ ਤੌਰ ਤੇ ਪੈਰਾਬੋਲਾ ਨੂੰ ਕਿਵੇਂ ਬਣਾਉਣਾ ਹੈ, ਇਸ ਨੂੰ ਇਹ ਨੋਰਮਲ ਅਤੇ ਟੈਂਜੈਂਟ ਕਿਵੇਂ ਡਰਾ ਕਰਨਾ ਹੈ। ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਹੈ ਕਿ ਪੈਰਾਬੋਲਾ ਦੀ ਕੰਸਟਰਕਟ ਉਦੋਂ ਹੁੰਦੀ ਹੈ ਜਦੋਂ ਇੱਕ ਸਲੈਂਟ ਐਜਸ ਦੇ ਪੈਰਲਲ ਇਹ ਸੈਕਸ਼ਨ। ਜੇਕਰ ਅਸੀਂ ਇਸ ਨੂੰ ਕੰਸਟਰਕਟ ਕਰਨ ਜਾ ਰਹੇ ਹਾਂ, ਤਾਂ ਇਹ ਸੈਕਸ਼ਨ ਲੈ ਕੇ ਅਸੀਂ ਇੱਕ ਪੈਰਾਬੋਲਾ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇਸ ਲਈ ਪਿਛਲੀਆਂ ਕਲਾਸਾਂ ਵਿੱਚ ਅਸੀਂ ਫੋਕਸ ਡਾਇਰੈਕਟ੍ਰਿਕਸ ਮੈਥਡ ਬਾਰੇ ਸਿੱਖਿਆ ਹੈ ਕਿ ਇਹ ਪੈਰਾਬੋਲਾ ਅਤੇ ਇਹ ਰੈਕਟੈਂਗਲ ਮੈਥਡ ਨੂੰ ਕਿਵੇਂ ਕੰਸਟਰਕਟ ਕਰਨਾ ਹੈ। ਅੱਜ ਦੀ ਕਲਾਸ ਵਿੱਚ ਅਸੀਂ ਟੈਂਜੈਂਟ ਤਰੀਕੇ ਬਾਰੇ ਸਿੱਖਾਂਗੇ। ਉਦਾਹਰਨ ਲਈ, ਟੈਂਜੈਂਟ ਮੈਥਡ ਲਈ ਜਦੋਂ ਇੱਕ ਬੇਸ ਅਤੇ ਐਕਸਿਸ ਦਿੱਤੀ ਜਾਂਦੀ ਹੈ, ਉਦਾਹਰਨ ਲਈ, ਇੱਕ ਬੇਸ 70 ਮਿਲੀਮੀਟਰ ਵਾਲਾ ਇੱਕ ਪੈਰਾਬੋਲਾ ਅਤੇ ਬੇਸ ਉੱਤੇ ਟੈਂਜੈਂਟ ਬੇਸ ਨੂੰ 60 ਡਿਗਰੀ ਬਣਾਉਂਦਾ ਹੈ, ਤਾਂ ਇੱਕ ਪੈਰਾਬੋਲਾ ਕਿਵੇਂ ਕੰਸਟਰਕਟ ਕੀਤਾ ਜਾਵੇ। ਆਓ ਇਸ ਪਿਕਚਰ ਨੂੰ ਵੇਖੀਏ। ਇੱਥੇ ਬੇਸ ਲੈਂਥ 70 ਮਿਲੀਮੀਟਰ ਦਿੱਤੀ ਗਈ ਹੈ ਅਤੇ ਟੈਂਜੈਂਟ, ਉਦਾਹਰਨ ਲਈ ਟੈਂਜੈਂਟ ਵਿੱਚੋਂ ਇੱਕ ਪੂਰੀ ਤਰ੍ਹਾਂ ਸੀ ਤੱਕ ਇੱਕ ਐਂਗਲ 60 ਡਿਗਰੀ ਬਣਾਉਂਦਾ ਹੈ। ਇੱਕੋ ਜਿਹਾ ਦੂਸਰਾ ਟੈਂਜੈਂਟ ਜੋ ਸੀ ਤੋਂ ਸ਼ੁਰੂ ਹੁੰਦਾ ਹੈ, B ਤੱਕ ਜਾਂਦਾ ਹੈ, ਇਹ ਵੀ 60 ਡਿਗਰੀ ਬਣਾਉਂਦਾ ਹੈ। ਉਸ ਕੇਸ ਵਿੱਚ ਜੇ ਸਿਰਫ 70 ਮਿਲੀਮੀਟਰ ਦਾ ਬੇਸ ਦਿੱਤਾ ਜਾਂਦਾ ਹੈ ਅਤੇ 60 ਡਿਗਰੀ ਟੈਂਜੈਂਟਸ ਬਣਾਉਂਦੀਆਂ ਹਨ, ਤਾਂ ਇਹ ਪੈਰਾਬੋਲਾ ਕਿਵੇਂ ਕੰਸਟਰਕਟ ਕੀਤਾ ਜਾਵੇ ਜੋ ਇਹਨਾਂ ਕੰਡੀਸ਼ਨਸ ਨੂੰ ਗ੍ਰਾਫਿਕ ਤੌਰ ਤੇ ਸੰਤੁਸ਼ਟ ਕਰਦਾ ਹੈ। ਇਹ ਉਹ ਚੀਜ਼ ਹੈ ਜੋ ਅਸੀਂ ਇਸ ਨੂੰ ਸਿੱਖਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸਾਨੂੰ ਗ੍ਰਾਫਿਕ ਕੰਸਟਰਕਸ਼ਨ ਮਾਰਕ ਪੁਆਇੰਟ A ਅਤੇ B ਲਈ ਕੀ ਕਰਨਾ ਹੈ। ਇਹ ਦੋ ਪੁਆਇੰਟ 70 ਮਿਲੀਮੀਟਰ ਦੀ ਦੂਰੀ ਤੇ ਹਨ। ਇਸ ਲਈ ਇਸ ਇੱਕ 70 ਮਿਲੀਮੀਟਰ ਦੀ ਦੂਰੀ ਨੂੰ ਅਸੀਂ ਬੇਸ ਕਹਿੰਦੇ ਹਾਂ। ਫਿਰ ਵਰਤੋਂ ਵਾਲੇ ਪ੍ਰੋਟਰੈਕਟਰ ਤੋਂ 60 ਡਿਗਰੀ ਬਣਾਉਣ ਤੱਕ ਇਹ ਲਾਈਨ ਡਰਾ ਕਰੋ। ਸਿਮਿਲਰਲੀ B ਤੋਂ ਇੱਕ ਹੋਰ ਲਾਈਨ ਡਰਾ ਕਰੋ ਜੋ C ਪੁਆਇੰਟ ਤੇ ਪਹਿਲੀ ਲਾਈਨ ਨਾਲ ਜੁੜਦੀ ਹੈ ਅਤੇ B ਤੋਂ ਇਹ ਵੀ 60 ਡਿਗਰੀ ਬਣਦੀ ਹੈ। ਇੱਕ ਵਾਰ ਜਦੋਂ ਇਹ ਕੀਤਾ ਜਾਂਦਾ ਹੈ, ਤਾਂ A ਤੋਂ C ਦੇ ਪਾਰਟ ਨੂੰ ਇਕੁਅਲ ਨੰਬਰ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਜਿਵੇਂ ਕਿ 1 2 3 ਤੋਂ ਪੂਰੇ 9 ਤੱਕ। ਇਸ ਲਈ 10 ਬਰਾਬਰ ਹਿੱਸੇ ਅਸੀਂ ਇਸ ਸਾਈਡ ਤੇ ਬਣਾਉਣ ਜਾ ਰਹੇ ਹਾਂ। ਸਮਾਨ C ਤੋਂ B ਤੱਕ ਵੀ 10 ਬਰਾਬਰ ਹਿੱਸੇ ਅਸੀਂ ਬਣਾਉਣ ਜਾ ਰਹੇ ਹਾਂ। ਕੰਸਟਰਕਸ਼ਨ ਤੋਂ ਬਾਅਦ ਇਹਨਾਂ ਪੁਆਇੰਟ ਨੂੰ ਅਸੀਂ ਅਸੈਂਡਿੰਗ ਆਰਡਰ ਵਿੱਚ ਅਤੇ ਡਿਸੈਂਡਿੰਗ ਆਰਡਰ ਵਿੱਚ ਮਾਰਕ ਕਰਨ ਜਾ ਰਹੇ ਹਾਂ। 1 2 3 4 ਅਤੇ ਇਸ ਤਰ੍ਹਾਂ 9 ਵਰਗੀ ਕੋਈ ਚੀਜ਼ ਫਿਰ 1 2 3 4 5 ਤੋਂ 9 ਤੱਕ ਸ਼ੁਰੂ ਹੁੰਦਾ ਹੈ। ਇਸ ਲਈ ਅਸੈਂਡਿੰਗ ਆਰਡਰ ਅਤੇ ਡਿਸੈਂਡਿੰਗ ਆਰਡਰ ਵਿੱਚ ਅਸੀਂ ਬਰਾਬਰ ਹਿੱਸਿਆਂ ਦੀ ਗਿਣਤੀ ਬਣਾਉਂਦੇ ਹਾਂ। ਜਦੋਂ ਇਹ ਲਾਈਨਾਂ, ਉਦਾਹਰਨ ਲਈ, ਆਓ ਇਸ ਨੂੰ ਇੱਕ ਪਹਿਲਾ ਪੁਆਇੰਟ ਚੁਣੀਏ ਅਤੇ ਪਹਿਲੇ ਪੁਆਇੰਟ ਨੂੰ ਇਹ ਲਾਈਨ ਦੁਆਰਾ ਜੋੜੀਏ, ਬਰਾਬਰ ਦੂਜਾ ਪੁਆਇੰਟ ਅਤੇ ਦੂਜਾ ਪੁਆਇੰਟ ਉਹਨਾਂ ਨੂੰ ਇੱਕ ਲਾਈਨ ਨਾਲ ਜੋੜਦੇ ਹਨ। ਤੀਜੇ ਤੋਂ ਤੀਜੇ ਪੁਆਇੰਟ 3 ਵਿੱਚ ਅਸੀਂ ਸ਼ਾਮਲ ਹੋਣ ਜਾ ਰਹੇ ਹਾਂ। ਸਮਾਨ
6ਵੇਂ ਪੁਆਇੰਟ ਤੋਂ 6ਵੇਂ ਪੁਆਇੰਟ ਆਓ ਇਸ ਵਿੱਚ ਸ਼ਾਮਲ ਹੋਈਏ। ਅਤੇ ਇਸ ਦੇ ਬਾਅਦ ਇੱਕ ਸਮੂਥ ਕਰਵ ਨਾਲ ਜੁੜਦਾ ਹੈ ਜੋ ਇਹਨਾਂ ਸਾਰੀਆਂ ਲਾਈਨਾਂ ਵਿੱਚੋਂ ਲੰਘਦਾ ਹੈ। ਇਸ ਲਈ ਇਹ ਕਰਵ ਇਸ ਕਰਵ ਵਿੱਚ ਕੁਝ ਸੈਨਸ ਟੈਂਜੈਂਟ ਇਸ ਤਰੀਕੇ ਨਾਲ ਹੈ ਜਿਸ ਤਰ੍ਹਾਂ ਅਸੀਂ ਟੈਂਜੈਂਟ ਮੈਥਡ ਦੁਆਰਾ ਇੱਕ ਪੈਰਾਬੋਲ ਨੂੰ ਬਣਾਉਂਦੇ ਹਾਂ। ਜੇਕਰ ਸਾਡੇ ਕੋਲ ਪੁਆਇੰਟ ਦੀ ਵੱਧ ਗਿਣਤੀ ਹੈ ਤਾਂ ਇਹ ਇੱਕ ਬਹੁਤ ਹੀ ਸਮੂਥ ਕਰਵ ਹੋਵੇਗੀ। ਆਓ ਕਰੀਏ ਜੋ ਕਿ ਸ਼ੀਟ ਤੇ ਹੈ। ਪਹਿਲਾਂ ਸਾਡੇ ਕੋਲ 70 ਮਿਲੀਮੀਟਰ ਬੇਸ ਬਣਿਆ ਹੈ। ਆਓ ਅਸੀਂ ਇਸ ਸ਼ੀਟ ਮਾਰਕ 70 ਮਿਲੀਮੀਟਰ ਤੇ ਬੇਸ ਨੂੰ ਡਰਾ ਕੀਤਾ ਹੈ। ਇਹਨਾਂ ਪੁਆਇੰਟ ਨੂੰ A ਅਤੇ B ਵਜੋਂ ਮਾਰਕ ਕਰੋ। ਇਹ ਪੁਆਇੰਟ ਹਨ। ਉਸ ਤੋਂ ਬਾਅਦ 60 ਡਿਗਰੀ ਐਂਗਲ ਸਾਨੂੰ A ਨਾਲ ਬਣਾਉਣਾ ਪਵੇਗਾ। ਟੈਂਜੈਂਟ 60 ਡਿਗਰੀ ਬਣਾ ਰਹੇ ਹਨ। ਇਹਨਾਂ ਨੂੰ A ਤੋਂ ਜੋੜੋ ਸਾਰੇ ਵਿਆਪ। ਇਸ ਲਈ ਇਹ ਪੁਆਇੰਟ C ਤੇ ਇੰਟਰਸੈਕਟ ਹੋਣ ਜਾ ਰਹੇ ਹਨ। ਹੁਣ ਇਨਕਲਾਈਨਡ ਐਂਗਲ ਦੀ ਵਰਤੋਂ ਕਰੋ ਤਾਂ ਜੋ ਇਸ ਨੂੰ ਦੋਨਾਂ ਸਾਈਡ ਦੀ ਇਕੁਅਲ ਡਿਵੀਜ਼ਨ ਬਣਾਉਣ ਲਈ ਲਾਈਨ ਨੂੰ ਡਿਵਾਈਡ ਕਰੋ। ਇਹ A ਤੋਂ C ਤੱਕ ਸ਼ੁਰੂ ਹੋ ਸਕਦੀ ਹੈ ਜਾਂ ਇਹ C ਤੋਂ A ਤੱਕ ਵੀ ਹੋ ਸਕਦੀ ਹੈ। ਬਿਲਕੁਲ ਠੀਕ ਹੈ। ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, 9 ਅਤੇ 10। ਹੁਣ ਇਹਨਾਂ ਪੁਆਇੰਟ ਨਾਲ ਜੁੜੋ। ਹੁਣ ਅਸੀਂ ਰੋਲਰ ਸਕੇਲਰ ਦੀ ਵਰਤੋਂ ਕਰ ਸਕਦੇ ਹਾਂ ਜੇ ਇਹ ਇਸ ਦੇ ਪੈਰਲਲ ਲੰਘ ਸਕਦਾ ਹੈ। ਜੇ ਅਸੀਂ ਇਹਨਾਂ ਪੁਆਇੰਟ ਨੂੰ ਮਾਰਕ ਕਰ ਸਕਦੇ ਹਾਂ ਇਸ ਲਈ ਅਸੀਂ ਜੋ ਨੰਬਰ ਬਣਾਉਣ ਜਾ ਰਹੇ ਹਾਂ ਉਹ ਹੈ 1 2 3 4 5 6 7 8 9 ਅੰਕ। ਸਮਾਨ, ਇਹ ਲਾਈਨ CB ਨੂੰ ਵੀ 1 2 3 4 5 6 7 8 9 ਅਤੇ 10 ਵੰਡੋ। ਇੱਕ ਵਾਰ ਜਦੋਂ ਇਹ ਹੋ ਜਾਂਦਾ ਤਾਂ ਇਹਨੂੰ B ਨਾਲ ਇਹਨਾਂ 10ਵੇਂ ਨੂੰ ਜੋੜੋ।
ਅਤੇ ਇਹਨਾਂ ਪੁਆਇੰਟ ਨੂੰ ਧਿਆਨ ਨਾਲ ਪਾਸ ਕਰਨ ਲਈ ਸਾਡੇ ਰੋਲਰ ਸਕੇਲ ਨੂੰ ਹਿਲਾਓ। ਇੱਕ ਵਾਰ ਇਹ ਹੋ ਜਾਣ ਤੇ ਆਓ ਇਹਨਾਂ ਪੁਆਇੰਟ ਨੂੰ 1 2 3 4 ਸਾਰੇ ਤਰੀਕੇ ਨਾਲ 5 6 ਦਾ ਨਾਮ ਦੇਈਏ। ਇਹ 7ਵਾਂ ਪੁਆਇੰਟ 8 9 ਹੈ। ਹੁਣ ਸਾਨੂੰ ਇਹ ਜੋੜਨਾ ਹੈ ਕਿ 1 ਦੇ ਨਾਲ 1 ਸਮਾਨ 2 ਨਾਲ 2 ਫਿਰ 3 ਸਮਾਨ 4 5 ਹੋਰ ਪੁਆਇੰਟ ਦੀ ਗਿਣਤੀ ਨਾਲ ਇਹ ਸਮੂਥ ਕਰਵ ਹੋਵੇਗੀ। ਫਿਰ 8 ਅਤੇ 9 ਇਸ ਲਈ ਸਾਡੇ ਕੋਲ ਪਹਿਲਾਂ ਹੀ ਉਹ ਕਨਵਰਸ ਜ਼ੋਨ ਹੈ। ਇਹਨਾਂ ਲਾਈਨਾਂ ਵਿੱਚੋਂ ਇੱਕ ਸਮੂਥ ਕਰਵ ਲੰਘਦੀ ਹੈ ਜੋ ਅਸੀਂ ਬਣਾਉਣੀ ਹੈ। ਇਸ ਲਈ 1 ਇਹ ਉਹ ਤਰੀਕਾ ਹੈ ਜਿਸ ਤਰ੍ਹਾਂ ਅਸੀਂ ਇੱਕ ਪੈਰਾਬੋਲਾ ਬਣਾਉਣਾ ਹੈ। ਜੇ ਅਸੀਂ ਇਹਨਾਂ ਕੰਸਟਰਕਸ਼ਨ ਲਾਈਨਾਂ ਨੂੰ ਮਾਰਕ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਵਰਟੀਕਲ ਲਾਈਨਾਂ ਨੂੰ ਡ੍ਰੌਪ ਡਾਊਨ ਕਰੋ ਅਤੇ ਐਰੋ 70 ਦੁਆਰਾ ਮਾਰਕ ਕਰੋ ਅਤੇ ਦੂਜੀ ਇੰਕਲਿਨੇਸ਼ਨ ਇਹ 60 ਡਿਗਰੀ ਹੈ। ਆਓ ਹੁਣ ਡਰਾ ਕੀਤੇ ਗਏ ਪੈਰਾਬੋਲ ਨੂੰ ਇੱਕ ਨੋਰਮਲ ਬਣਾਓ। ਅਤੇ ਇਹ ਇਹਨਾਂ ਨੋਰਮਲ ਅਤੇ ਟੈਂਜੈਂਟਸ ਨੂੰ ਬਣਾਉਣ ਲਈ ਆਰਡੀਨੇਟ ਮੈਥਡ ਵਜੋਂ ਪ੍ਰਸਿੱਧ ਹੈ। ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਹੈ? C ਤੋਂ ਲੈ ਕੇ ਇਹ ਵਰਟੀਕਲ ਲਾਈਨ ਨੂੰ C ਤੋਂ K ਨੂੰ ਇੱਕ ਵਰਟੀਕਲ ਲਾਈਨ ਡਰੌਪ ਕਰਨ ਤੱਕ ਇੰਟਰਸੈਕਸ਼ਨ ਪੁਆਇੰਟ ਪੈਰਾਬੋਲਾ ਦਾ ਵਰਟੇਕਸ ਹੈ। ਆਓ ਇਸ ਨੂੰ ਵੀ ਦਾ ਨਾਮ ਦੇਈਏ। ਇਸ ਤੋਂ ਬਾਅਦ ਜੇਕਰ ਅਸੀਂ ਇਹ ਪੁਆਇੰਟ P ਤੇ ਇਹ ਨੋਰਮਲ ਡਰਾਇੰਗ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ ਤਾਂ ਆਓ ਵਿਚਾਰ ਕਰੀਏ ਕਿ ਇਹ ਪੁਆਇੰਟ P ਹੈ। ਇੱਥੇ ਅਸੀਂ ਉਸ ਡਾਇਰੈਕਸ਼ਨ ਵਿੱਚ ਇਹ ਨੋਰਮਲ ਵਰਗਾ ਕੁਝ ਬਣਾਉਣਾ ਚਾਹੁੰਦੇ ਹਾਂ। ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਵਰਟੇਕਸ ਤੋਂ 20 ਯੂਨਿਟਸ ਹੇਠਾਂ ਜਾਓ। ਇੰਟਰਸੈਕਸ਼ਨ ਪੁਆਇੰਟ P ਦਾ ਪਤਾ ਲਗਾਓ ਅਤੇ ਵਰਟੀਕਲ ਲਾਈਨ C ਤੋਂ K ਵਿੱਚ ਇੱਕ ਹੋਰ ਪੁਆਇੰਟ S ਲੋਕੇਟ ਕਰੋ। ਸਭ ਤੋਂ ਪਹਿਲਾਂ ਸਾਨੂੰ P ਅਤੇ S ਨੂੰ ਲੋਕੇਟ ਕਰਨਾ ਪਵੇਗਾ। ਉਸ ਤੋਂ ਬਾਅਦ V ਤੋਂ S ਤੱਕ
ਦੀ ਦੂਰੀ ਨੂੰ ਮਾਪੋ ਜੋ ਵੀ ਦੂਰੀ ਹੈ V ਤੋਂ T ਤੱਕ ਕੰਪਸ ਦੀ ਵਰਤੋਂ ਕਰਕੇ ਉਸ ਨੂੰ ਵੀ ਲੱਭੋ। ਇਸ ਲਈ ਇਸ ਪੁਆਇੰਟ T ਦਾ ਪਤਾ ਕਰੋ। ਇਸ ਤੋਂ ਬਾਅਦ ਪੁਆਇੰਟ T ਤੋਂ P ਤੱਕ ਪੂਰੀ ਤਰ੍ਹਾਂ ਨਾਲ ਜੁੜਦੀ ਇੱਕ ਲਾਈਨ ਡਰਾਅ ਕਰੋ। ਜੇ ਅਸੀਂ ਇਸ ਲਾਈਨ ਨੂੰ ਵਧਾ ਰਹੇ ਹਾਂ ਤਾਂ ਇਸ ਨੂੰ ਅਸੀਂ ਟੈਂਜੈਂਟ ਲਾਈਨ ਕਹਿੰਦੇ ਹਾਂ। ਇੱਕ ਵਾਰ ਟੈਂਜੈਂਟ ਲਾਈਨ ਬਣਨ ਤੇ ਅਸੀਂ ਆਸਾਨੀ ਨਾਲ ਉਸ ਪੁਆਇੰਟ ਵਿੱਚੋਂ ਲੰਘਦੇ ਹੋਏ 90 ਡਿਗਰੀ ਨੋਰਮਲ ਬਣਾ ਸਕਦੇ ਹਾਂ। ਇਹ ਐਂਗਲ ਸਾਨੂੰ 90 ਡਿਗਰੀ ਮੰਨਿਆ ਜਾਂਦਾ ਹੈ ਅਤੇ ਇਹ ਇੱਕ ਨੋਰਮਲ ਲਾਈਨ ਹੈ ਅਤੇ ਇਹ ਇੱਕ ਟੈਂਜੈਂਟ ਲਾਈਨ ਹੈ। ਆਓ ਅਸੀਂ ਉਸ ਨੂੰ ਕਦਮ ਦਰ ਕਦਮ ਬਣਾਈਏ। ਆਓ ਇਸ ਸ਼ੀਟ ਨੂੰ ਵੇਖੀਏ। ਅਸੀਂ ਪਹਿਲਾਂ ਹੀ ਇਸ ਵਿੱਚ ਇੱਕ ਪੈਰਾਬੋਲਾ ਬਣਾਇਆ ਹੈ। ਹੁਣ ਉਦਾਹਰਨ ਲਈ ਇਹ ਇੱਕ ਪੁਆਇੰਟ ਲੋਕੇਟ ਕਰੋ। ਆਓ ਇੱਥੇ ਇਸ ਪੁਆਇੰਟ ਨੂੰ ਮਾਰਕ ਕਰੀਏ। ਮੈਂ ਟੈਂਜੈਂਟ ਅਤੇ ਨੋਰਮਲ ਬਣਾਉਣ ਵਿੱਚ ਦਿਲਚਸਪੀ ਰੱਖਦਾ ਹਾਂ। ਹੁਣ ਪਹਿਲਾ ਕਦਮ C ਤੋਂ K ਤੱਕ ਹੈ। ਅਸੀਂ ਇੱਕ ਵਰਟੀਕਲ ਲਾਈਨ ਬਣਾਉਣੀ ਹੈ। ਇੱਕ ਅਸੀਂ ਪਰਪੈਂਡੀਕਿਊਲਰ ਬਾਇਸੈਕਟਰ ਦੀ ਵਰਤੋਂ ਕਰ ਸਕਦੇ ਹਾਂ ਤਾਂ ਜੋ ਅਸੀਂ ਜੋੜਨ ਦੀ ਪੋਜੀਸ਼ਨ ਵਿੱਚ ਹੋਵਾਂਗੇ ਜਾਂ ਕਿਸੇ ਵੀ ਤਰੀਕੇ ਨਾਲ ਬੇਸ 70 ਮਿਲੀਮੀਟਰ ਹੈ ਤਾਂ ਅਸੀਂ ਇੱਥੇ ਤੋਂ ਇੱਥੇ 35 ਤੱਕ ਕਰਵ ਉੱਤੇ 35 ਮਿਲੀਮੀਟਰ ਲੋਕੇਟ ਕਰ ਸਕਦੇ ਹਾਂ। ਇਹ ਇੱਕ ਹੈ। ਹੁਣ C ਅਤੇ ਪੁਆਇੰਟ K ਨਾਲ ਜੁਆਇਨ ਕਰੋ। ਆਓ ਇਸ ਪੁਆਇੰਟ ਨੂੰ K ਅਤੇ ਇੰਟਰਸੈਕਸ਼ਨ ਪੁਆਇੰਟ ਨੂੰ V ਦਾ ਨਾਮ ਦੇਈਏ। ਹੁਣ V ਦੇ ਹੇਠਾਂ ਸਾਨੂੰ 20 ਮਿਲੀਮੀਟਰ ਤੱਕ ਜਾਣਾ ਪਵੇਗਾ, ਜਿੱਥੇ ਅਸੀਂ ਇਹ ਹੋਰੀਜ਼ੋਨਟਲ ਲਾਈਨ ਡਰਾ ਕਰਨ ਜਾ ਰਹੇ ਹਾਂ। ਵੀਹ ਮਿਲੀਮੀਟਰ ਹੇਠਾਂ ਪੁਆਇੰਟ। ਇਸ ਲਈ ਜੇ ਮੈਂ ਇਸ ਨੂੰ ਬਣਾਉਣ ਜਾ ਰਿਹਾ ਹਾਂ ਤਾਂ ਉਹ ਪੁਆਇੰਟ ਇੱਥੇ ਕਿਤੇ ਚਲਾ ਜਾਂਦਾ ਹੈ। ਜੇ ਇਹ ਉਹ ਪੁਆਇੰਟ ਹੈ ਜਿੱਥੇ ਅਸੀਂ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਉੱਥੇ ਇੱਕ ਹੋਰੀਜ਼ੋਨਟਲ ਲਾਈਨ ਡਰਾਪ ਕਰਨੀ ਪਵੇਗੀ। ਇਸ ਲਈ ਜੇਕਰ ਇਹ 20 ਮਿਲੀਮੀਟਰ ਹੈ ਤਾਂ ਇਸ ਪੁਆਇੰਟ ਨੂੰ ਲੋਕੇਟ ਕਰੋ, ਜਿਸ ਨੂੰ ਅਸੀਂ S ਅਤੇ ਇਸ ਪੁਆਇੰਟ ਨੂੰ P ਕਹਿ ਰਹੇ ਹਾਂ। ਅਗਲਾ ਪੁਆਇੰਟ ਇਹ ਹੈ। ਸਾਨੂੰ ਵੀ S ਨੂੰ TSV ਦੇ ਬਰਾਬਰ ਮਾਰਕ ਕਰਨ ਲਈ ਕੰਪਾਸ ਦੀ ਵਰਤੋਂ ਕਰਨੀ ਪਵੇਗੀ। ਇਸ ਪੁਆਇੰਟ ਨੂੰ T ਦੇ ਵਿੱਚ ਲੋਕੇਟ ਕਰੋ। ਹੁਣ T ਅਤੇ P ਪੁਆਇੰਟ ਨੂੰ ਜੋੜੋ। ਇਸ ਲਈ ਆਓ ਅਸੀਂ ਆਪਣੇ ਪੈਨ ਦੀ ਵਰਤੋਂ ਕਰੀਏ। ਇਹ ਟੈਂਜੈਂਟ ਲਾਈਨ ਹੈ ਅਤੇ ਨੋਰਮਲ ਪੁਆਇੰਟ P ਤੋਂ ਲੰਘਦੀ ਇਸ ਦਾ 90 ਡਿਗਰੀ ਹੈ। ਇਸ ਲਈ 90 ਡਿਗਰੀ P ਨੂੰ ਲਾਈਨ ਨਾਲ ਜੋੜੋ ਅਤੇ ਉਸ ਤੋਂ ਬਾਅਦ ਇਸ ਨੂੰ ਡਾਰਕ ਕਰੋ ਤਾਂ ਇਹ ਨੋਰਮਲ ਹੈ। ਇਸ ਲਈ ਇੱਕ ਟੈਂਜੈਂਟ ਅਤੇ ਨੋਰਮਲ ਇਸ ਨੂੰ ਇਸ ਤਰੀਕੇ ਨਾਲ ਬਣਾ ਸਕਦਾ ਹੈ। ਜੇਕਰ ਇੱਥੇ ਕੁਝ ਪੁਆਇੰਟ P ਹੈ ਤਾਂ ਅਸੀਂ ਸਭ ਤੋਂ ਪਹਿਲਾਂ ਬਣਾਉਣਾ ਚਾਹੁੰਦੇ ਹਾਂ। ਜੋ ਸਾਨੂੰ ਕਰਨਾ ਹੈ ਇੱਕ ਹੋਰੀਜ਼ੋਨਟਲ ਲਾਈਨ ਡਰਾ ਕਰਨੀ ਹੈ। ਇਹ ਹੋਰੀਜ਼ੋਨਟਲ ਲਾਈਨ ਹੈ। ਇਸ ਨੂੰ ਅਸੀਂ S' ਕਹਿੰਦੇ ਹਾਂ। S' ਤੋਂ V ਤੱਕ ਮਾਪੋ ਸਮਾਨ ਲੰਬਾਈ ਦੀ ਵਰਤੋਂ ਕਰੋ। ਹੋਰ ਪੁਆਇੰਟ T' ਜੁਆਇਨ T' ਅਤੇ ਨਵੇਂ ਪੁਆਇੰਟ ਮਾਰਕ ਕਰੋ।
ਇਹ ਪੁਆਇੰਟ ਹੈ ਜੇਕਰ ਅਸੀਂ ਉਹਨਾਂ ਨਾਲ ਜੁੜ ਰਹੇ ਹਾਂ। ਤਾਂ ਇਹ ਨਵਾਂ ਟੈਂਜੈਂਟ ਹੋਵੇਗਾ। ਆਓ ਹੁਣ ਡਾਇਰੈਕਟ੍ਰਿਕਸ ਲੱਭੀਏ ਅਤੇ ਇੱਕ ਪੈਰਾਬੋਲਾ ਵੱਲ ਫੋਕਸ ਕਰੀਏ। ਇਸ ਪੈਰਾਬੋਲਾ ਕੰਸਟਰਕਸ਼ਨ ਲਈ ਜੋ ਅਸੀਂ ਵਰਤਿਆ ਹੈ, ਉਹ ਹੈ ਬੇਸ ਅਤੇ ਟੈਂਜੈਂਟਸ ਦੀ ਵਰਤੋਂ ਕਰਕੇ ਅਸੀਂ ਪੈਰਾਬੋਲਾ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹਾਂ। ਫਿਰ ਕਿਸੇ ਵੀ ਪੁਆਇੰਟ ਤੇ ਜੇਕਰ ਅਸੀਂ ਟੈਂਜੈਂਟ ਅਤੇ ਨੋਰਮਲ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਾਂ ਅਤੇ ਆਮ ਤੌਰ ਤੇ ਅਸੀਂ ਅੱਗੇ ਵਧਦੇ ਹਾਂ ਤਾਂ ਇਹ TVV ਇਸ ਪੁਆਇੰਟ ਦੇ ਬਰਾਬਰ ਹੈ ਅਤੇ ਆਧਾਰਿਤ ਹੈ ਕਿ ਅਸੀਂ ਇਸ ਨੂੰ ਬਣਾਇਆ ਗਿਆ ਹੈ। ਹੁਣ ਇੱਕ ਡਾਇਰੈਕਟ੍ਰਿਕਸ ਕਿਵੇਂ ਬਣਾਇਆ ਜਾਵੇ ਜੋ ਪੈਰਾਬੋਲਾ ਜਨਰੇਟ ਕਰ ਰਿਹਾ ਹੈ ਅਤੇ ਇਹ ਵੀ ਕਿ ਕਿੱਥੇ ਫੋਕਸ ਲੋਕੇਟ ਕੀਤਾ ਗਿਆ ਹੈ। ਇਸ ਦੇ ਲਈ ਆਓ ਇਸ ਪਿਕਚਰ ਨੂੰ ਵੇਖੀਏ। ਪੈਰਾਬੋਲਾ ਬਣਾਉਣ ਤੋਂ ਬਾਅਦ ਇਹ PQ ਲਾਈਨ ਡਰਾ ਕਰੋ। ਇਸ ਲਈ ਪੁਆਇੰਟ P ਤੋਂ ਲੰਘਦੇ ਹੋਏ ਸਾਰੇ ਤਰੀਕੇ ਨਾਲ ਵਰਟੀਕਲ ਲਾਈਨ ਦੀ ਵਰਤੋਂ ਕਰੋ। ਇਹ ਪੁਆਇੰਟ P ਹੈ। ਅਤੇ ਇਹ ਲਾਈਨ PQ ਹਮੇਸ਼ਾ CK ਲਾਈਨ ਦੇ ਪੈਰਲਲ ਹੁੰਦੀ ਹੈ। ਇਸ ਤਰੀਕੇ ਨਾਲ ਬਣਾਉਣਾ ਹੁੰਦਾ ਹੈ। ਫਿਰ ਸਾਨੂੰ ਫੋਕਸ ਪੁਆਇੰਟ ਫੋਕਲ ਪੁਆਇੰਟ F ਇਸ ਤਰੀਕੇ ਨਾਲ ਲੋਕੇਟ ਕਰਨਾ ਹੋਵੇਗਾ ਕਿ ਐਂਗਲ Q P ਐਂਗਲ Q P F ਐਂਗਲ Q P T ਅਤੇ ਐਂਗਲ T P F ਦੁਆਰਾ ਦੋ ਬਰਾਬਰ ਹਿੱਸੇ ਵਿੱਚ ਡਿਵਾਈਡ ਕੀਤਾ ਜਾਵੇ। ਇਸ ਤਰੀਕੇ ਨਾਲ ਫੋਕਸ ਪੁਆਇੰਟ ਲੋਕੇਟ ਹੁੰਦਾ ਹੈ। ਇਸ ਲਈ ਪਹਿਲਾਂ ਹੀ ਸਾਡੇ ਕੋਲ ਇੱਕ ਦਿੱਤੇ ਗਏ ਚੁਣੇ ਹੋਏ ਪੁਆਇੰਟ ਤੇ ਟੈਂਜੈਂਟ ਹੈ। ਇੱਥੇ ਅਸੀਂ ਪਹਿਲਾਂ ਹੀ ਟੈਂਜੈਂਟ ਬਣਾ ਲਿਆ ਹੈ। ਇਸ ਲਈ ਪਹਿਲਾਂ ਇੱਕ ਵਰਟੀਕਲ ਲਾਈਨ ਡਰਾ ਕਰੋ। ਇਸ ਐਂਗਲ ਤੋਂ ਇਸ ਐਂਗਲ ਨੂੰ ਮਾਪੋ। ਫੋਕਸ ਪੁਆਇੰਟ ਲਈ ਇੱਕ ਹੋਰ ਐਂਗਲ ਦੁਬਾਰਾ ਤਿਆਰ ਕਰੋ। ਜੇ ਇਹ ਸਿੱਧੇ ਤੌਰ ਤੇ ਮਾਪਣਯੋਗ ਹੈ ਤਾਂ ਅਸੀਂ ਇਸ ਦੀ ਵਰਤੋਂ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ, ਨਹੀਂ ਤਾਂ ਐਂਗਲ ਬਾਇਸੈਕਟਰ ਮੇਥਡ ਨਾਲ ਅਸੀਂ ਇਸ ਫੋਕਲ ਪੁਆਇੰਟ F ਨੂੰ ਲੋਕੇਟ ਕਰਨ ਲਈ ਇਸ ਦੀ ਵਰਤੋਂ ਕਰਾਂਗੇ। ਇਸ ਲਈ ਸਾਨੂੰ ਉਹ ਕਦਮ ਦਰ ਕਦਮ ਕਰੀਏ। ਆਓ ਅਸੀਂ ਇਸ ਨੂੰ ਆਪਣੀ ਸ਼ੀਟ ਤੇ ਸ਼ੁਰੂ ਕਰੀਏ। ਉਦਾਹਰਨ ਲਈ ਇੱਥੇ ਅਸੀਂ ਪਹਿਲਾਂ ਹੀ ਪੁਆਇੰਟ P ਤੋਂ ਲੰਘਦੀ ਇੱਕ ਟੈਂਜੈਂਟ ਲਾਈਨ ਬਣਾਈ ਹੈ। ਹੁਣ ਅਸੀਂ ਇਸ P ਰਾਹੀਂ ਇੱਕ ਵਰਟੀਕਲ ਲਾਈਨ ਡਰਾ ਕਰਨੀ ਹੈ। ਇਸ ਲਈ ਸਾਡੇ ਪ੍ਰੋਟਰੈਕਟਰ ਦੀ ਵਰਤੋਂ ਕਰੋ ਜਾਂ ਸ਼ਾਇਦ ਸੈਟ ਸਕੁਏਅਰ ਦੀ ਇੱਕ ਲਾਈਨ ਨੂੰ ਡਰਾ ਕਰੋ। ਇਸ ਪੁਆਇੰਟ ਨੂੰ Q ਤੇ ਲੋਕੇਟ ਕਰੋ। ਇਸ ਲਈ ਇੱਕ ਵਰਟੀਕਲ ਲਾਈਨ Q ਦਿਸ਼ਾ ਵਿੱਚ ਸਭ ਤੋਂ ਪਹਿਲਾਂ ਸਾਨੂੰ ਡਰਾ ਕਰਨੀ ਪਵੇਗੀ ਅਤੇ P ਪੁਆਇੰਟ ਨੂੰ ਲੋਕੇਟ ਕਰਨਾ ਪਵੇਗਾ। ਤਾਂ ਆਓ ਇਸ Q ਲਾਈਨ ਨੂੰ ਵੀ ਡਾਰਕ ਕਰੀਏ। ਸਿਰਫ ਆਪਣੇ ਮਕਸਦ ਲਈ ਅਸੀਂ ਇਸ ਡੈਸ਼ ਲਾਈਨ ਦੀ ਵਰਤੋਂ ਕਰ ਰਹੇ ਹਾਂ। ਇਸ Q P T ਨੂੰ ਫੋਕਲ ਪੁਆਇੰਟ ਦਾ ਪਤਾ ਲਗਾਉਣ ਲਈ ਇੱਥੇ ਕਿਤੇ ਇੱਕ ਬਰਾਬਰ ਐਂਗਲ ਬਣਾਉਣਾ ਚਾਹੀਦਾ ਹੈ। ਜੇਕਰ ਇਹ ਐਂਗਲ ਬਾਇਸੈਕਟਰ ਵਰਗਾ ਕੋਈ ਚੀਜ਼ ਹੈ ਜਿਸ ਤਰ੍ਹਾਂ ਅਸੀਂ ਬਣਾਇਆ ਹੈ। ਜੇਕਰ ਇੱਕ ਪੁਆਇੰਟ P ਹੈ, ਜੇਕਰ ਸਭ ਤੋਂ ਪਹਿਲਾਂ ਕੁਝ ਬਰਾਬਰ ਰੇਡੀਅਸ ਵਾਲੀ ਇੱਕ ਲਾਈਨ ਹੈ, ਤਾਂ ਇਸ ਤੋਂ ਦੋ ਆਰਕ ਬਣਾਓ। ਇਸ ਤੋਂ ਦੁਬਾਰਾ ਇੱਕ ਹੋਰ ਆਰਕ ਬਣਾਓ। ਇਸ ਵਿੱਚ ਇੱਕ ਹੋਰ ਆਰਕ ਬਣਾਓ। ਪਰ ਇਸ ਪ੍ਰੋਬਲਮ ਵਿੱਚ ਸਾਡੇ ਕੋਲ ਕੀ ਹੈ? ਸਾਡੇ ਕੋਲ ਇਹ ਲਾਈਨ ਹੈ। ਸਾਡੇ ਕੋਲ ਇਹ ਲਾਈਨ ਹੈ। ਜੇਕਰ ਮੈਂ ਇਸ ਨੂੰ ਇੱਕ Q ਪੁਆਇੰਟ P ਅਤੇ T ਰੱਖ ਰਿਹਾ ਹਾਂ ਤਾਂ ਅਸੀਂ ਜਾਣਦੇ ਹਾਂ। ਹੁਣ ਸਵਾਲ ਇਹ ਹੈ ਕਿ ਇਸ ਲਾਈਨ F
ਨੂੰ ਉੱਥੇ ਕਿਵੇਂ ਲੱਭਿਆ ਜਾਵੇ। ਇਸ ਉਦੇਸ਼ ਤੋਂ ਇਲਾਵਾ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਐਂਗਲ A ਬਣਾਉਂਦੇ ਹਾਂ। ਉੱਥੇ Q ਤੋਂ ਇੱਕ ਆਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਉਦਾਹਰਨ ਲਈ ਜੇਕਰ ਮੈਂ ਇਹ ਪਤਾ ਲਗਾਉਣਾ ਚਾਹੁੰਦਾ ਹਾਂ ਕਿ ਇਹ F ਲਾਈਨ ਜਾਂ ਆਰਕ ਕਿੱਥੇ ਜਾ ਰਿਹਾ ਹੈ, ਸਭ ਤੋਂ ਪਹਿਲਾਂ P ਪੁਆਇੰਟ ਲੋਕੇਟ ਕਰੋ। Q ਜਾਣਿਆ ਜਾਂਦਾ ਹੈ ਅਤੇ ਇਸ ਨੂੰ ਇਹਨਾਂ ਲਾਈਨ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਇਸ ਤਰੀਕੇ ਨਾਲ ਇੱਕ ਸੈਮੀ ਸਰਕਲ ਜਾਂ ਫੁੱਲ ਸਰਕਲ ਬਣਾਓ। ਫਿਰ ਇਸ Q ਤੋਂ ਇਸ ਤਰੀਕੇ ਨਾਲ ਇੱਕ ਆਰਕ ਨੂੰ ਮਾਰਕ ਕਰੋ। ਕਿਉਂਕਿ ਅਸੀਂ F ਬਾਰੇ ਕੁਝ ਵੀ ਨਹੀਂ ਜਾਣਦੇ ਹਾਂ ਕਿ ਇਹ ਅਸਲ ਵਿੱਚ ਕਿੱਥੇ ਇੰਟਰਸੈਕਟ ਜਾ ਰਿਹਾ ਹੈ ਜੋ ਅਸੀਂ ਕਰਨ ਜਾ ਰਹੇ ਹਾਂ। ਪਹਿਲਾ ਹੀ T ਪੁਆਇੰਟ ਹੈ ਜੋ ਅਸੀਂ ਜਾਣਦੇ ਹਾਂ। T ਪੁਆਇੰਟ ਤੋਂ ਇੱਕ ਕੱਟ ਕਰੋ। ਇਸ ਲਈ ਇੱਕ ਵਾਰ ਜਦੋਂ ਅਸੀਂ ਕੱਟ ਕਰਦੇ ਹਾਂ ਕਿ ਸਾਡੇ ਕੋਲ ਇੱਕ ਪੁਆਇੰਟ ਕੁਝ ਅਜਿਹਾ ਹੈ ਅਤੇ ਇਹਨਾਂ ਦੋ ਲਾਈਨਾਂ ਨੂੰ ਜੋੜਦੇ ਹਾਂ। ਇਹੀ ਮੇਥਡ ਅਸੀਂ ਇੱਥੇ ਬਰਾਬਰ ਐਂਗਲ ਬਾਇਸੈਕਟਰ ਬਣਾਉਣ ਲਈ ਵਰਤੋਂ ਕਰਾਂਗੇ। P ਤੋਂ ਸਭ ਤੋਂ ਪਹਿਲਾਂ ਇੱਥੇ ਕਿਤੇ ਇੱਕ ਪੁਆਇੰਟ ਨੂੰ ਮਾਰਕ ਕਰੋ ਅਤੇ ਇਹ ਇਹਨਾਂ ਲਾਈਨ ਤੇ ਕਿਤੇ ਇੰਟਰਸੈਕਟ ਕਰਨ ਜਾ ਰਿਹਾ ਹੈ। ਇਸ ਲਈ ਇੱਕ ਸਰਕਲ ਡਰਾ ਕਰੋ। ਇਹ ਇਸ ਪੁਆਇੰਟ Q ਤੇ ਇੰਟਰਸੈਕਟ ਕਰਨ ਜਾ ਰਿਹਾ ਹੈ ਅਤੇ ਜਿਸ ਪੁਆਇੰਟ ਵਿੱਚ ਸਾਡੀ ਦਿਲਚਸਪੀ ਹੈ ਉਹ ਇੱਕ ਟੈਂਜੈਂਟ ਲਾਈਨ ਹੈ ਜੋ ਇਸ ਪੁਆਇੰਟ ਵਿੱਚੋਂ ਲੰਘ ਰਹੀ ਹੈ। ਇਸ ਲਈ ਇੱਕ ਆਰਕ ਬਣਾਓ ਜੋ T ਵਿੱਚੋਂ ਲੰਘ ਰਿਹਾ ਹੈ। ਇਸ ਲਈ ਅਸੀਂ ਜੋ P ਤੋਂ ਬਣਾਇਆ ਗਿਆ ਹੈ ਕੁਝ ਰੇਡੀਅਸ ਮਾਰਕ ਕਰੋ। ਜਦੋਂ ਰੇਡੀਅਸ ਉਸ ਪੁਆਇੰਟ ਤੇ ਹੁੰਦਾ ਹੈ ਤਾਂ ਇੱਕ ਆਰਕ ਮਾਰਕ ਕਰੋ। ਇਹ T ਪੁਆਇੰਟ ਤੋਂ ਹੁੰਦਾ ਹੈ। ਇਸ ਤਰੀਕੇ ਨਾਲ T ਪੁਆਇੰਟ ਤੋਂ ਲੰਘਦਾ ਹੈ। ਇੱਕ ਵਾਰ ਜਦੋਂ ਇਹ ਪਹਿਲਾਂ ਹੋ ਜਾਂਦਾ T ਪੁਆਇੰਟ ਤਾਂ ਅਸੀਂ ਜਾਣਦੇ ਹਾਂ ਇਸ ਪੁਆਇੰਟ ਨੂੰ ਲੋਕੇਟ ਕਰੋ। ਪਹਿਲਾਂ ਹੀ ਸਰਕਟ ਨੂੰ ਇੰਟਰਸੈਕਟ ਬਣਾਇਆ ਗਿਆ ਹੈ। ਇਸ ਲਈ ਇਹ ਇੰਟਰਸੈਕਸ਼ਨ ਪੁਆਇੰਟ ਇੱਥੇ ਹੈ। ਇਸ ਲਈ ਇਹ ਫੋਕਲ ਪੁਆਇੰਟ ਹੋਣਾ ਚਾਹੀਦਾ ਹੈ। ਹੁਣ P ਪੁਆਇੰਟ ਅਤੇ F ਪੁਆਇੰਟ ਨਾਲ ਜੋੜੋ। ਇਸ ਤਰੀਕੇ ਨਾਲ ਅਸੀਂ ਫੋਕਸ ਬਣਾਉਂਦੇ ਹਾਂ। ਜਦੋਂ ਫੋਕਸ ਜਾਣਿਆ ਜਾਂਦਾ ਹੈ ਤਾਂ ਡਾਇਰੈਕਟ੍ਰਿਕਸ ਦਾ ਪਤਾ ਲਗਾਉਣਾ ਆਸਾਨ ਹੁੰਦਾ ਹੈ। ਕਿਉਂਕਿ ਪੈਰਾਬੋਲਾ ਐਕਸੈਂਟ੍ਰਿਸਿਟੀ 1 ਹੈ, ਇਸ ਲਈ F ਤੋਂ V ਤੱਕ ਜਿੰਨੀ ਵੀ ਦੂਰੀ V ਤੋਂ ਉਸ ਪੁਆਇੰਟ ਤੱਕ ਦੀ ਦੂਰੀ ਵੀ ਉਹੀ ਦੂਰੀ ਸਾਡੇ ਕੋਲ ਹੋਵੇਗੀ। ਇਸ ਲਈ ਆਓ ਇਸ ਪੁਆਇੰਟ ਨੂੰ O ਕਹਿੰਦੇ ਹਾਂ। ਹੁਣ ਆਪਣੇ ਰੋਲਰ ਸਕੇਲਰ ਦੀ ਵਰਤੋਂ ਕਰੋ। ਲਾਈਨ ਦੀ ਡਰਾ ਡੈਸ਼ ਕਿਸਮ ਨੂੰ ਪੈਰਲਲ ਮੂਵ ਕਰੋ। ਇਸ ਲਈ ਇਸ ਪੈਰਾਬੋਲਾ ਲਈ ਇਹ ਡਾਇਰੈਕਟ੍ਰਿਕਸ ਫੋਕਲ ਪੁਆਇੰਟ ਇੱਥੇ ਹੈ ਅਤੇ ਕੋਈ ਵੀ ਪੁਆਇੰਟ P। ਇਸ ਤਰੀਕੇ ਨਾਲ ਅਸੀਂ ਫੋਕਸ ਪੁਆਇੰਟ ਅਤੇ ਦਿੱਤੇ ਗਏ ਪੈਰਾਬੋਲ ਲਈ ਡਾਇਰੈਕਟ੍ਰਿਕਸ ਬਣਾਉਂਦੇ ਹਾਂ। ਅਗਲੀ ਕਲਾਸ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ ਹਾਈਪਰਬੋਲਾ ਨੂੰ ਖਾਸ ਤੌਰ ਤੇ ਡਾਇਰੈਕਟ੍ਰਿਕਸ ਅਤੇ ਐਕਸੈਂਟ੍ਰਿਸਿਟੀ ਦੀ ਵਰਤੋਂ ਨਾਲ ਕਿਵੇਂ ਬਣਾਇਆ ਜਾਵੇ। ਤੁਹਾਡਾ ਧੰਨਵਾਦ।